ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਊਤ ਪੋਤ ਸੇਵਕ ਸੰਗ ਰਾਤਾ, ਪ੍ਰਪ੍ਰਿਤ ਪਾਲੇ ਸੇਵਕ ਸੁਖਦਾਤਾ। ਪਾਣੀ ਪੱਖਾ ਪੀਸਿਓ ਸੇਵਕ ਕੇ, ਠਾਕਰ ਹੀ ਕਾ आहर जियो। काट सिल्क प्रभ सेवा लाया, हुक्म साहेब का सेवक मन पाया। सोई कमावे जो साहेब पावे, सेवक अंतर बाहर माहर जियो। तू दाना ठाकर सब बिद जाने, ठाकर के सेवक हर रंग माणे। जो कुछ ठाकर का सो सेवक का, सेवक ठाकर ही संग जाहर जियो। अपने ठाकर जो पहराया, बार न लेखा पुछ बुलाया। तिस सेवक के नानक कुर्बानी, सो गहर गंभीरा गहर जियो। अपने ठाकर सो पहराया, बार न लेखा पुछ बुलाया। तिस सेवक के नानक कुर्बानी, सो गहर ਗੰਭੀਰਾ ਗਾਹਰ ਜੀਓ। ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਆਪਣੇ ਸੇਵਕ ਨਾਲ ਤਾਣੇ ਪੇਟੇ ਵਾਂਗ ਮਿਲਿਆ ਹੋਇਆ ਹੈ। ਭਾਵ ਜਿਵੇਂ ਕੱਪੜੇ ਦਾ ਸੂਤਰ ਤਾਣੇ ਵਿੱਚ ਪੇਟੇ ਵਿੱਚ ਮਿਲਿਆ ਹੁੰਦਾ ਹੈ, ਤਿਵੇਂ ਹੀ ਪਰਮਾਤਮਾ ਆਪਣੇ ਸੇਵਕ ਦੇ ਨਾਲ ਰੋਮ ਰੋਮ ਵਿੱਚ ਸਮਾਇਆ ਹੋਇਆ ਹੈ ਜੀ। ਜੀਵਾਂ ਨੂੰ ਸੁੱਖ ਦੇਣ ਵਾਲਾ ਪਰਮਾਤਮਾ ਆਪਣੇ ਸੇਵਕ ਦੀ ਪ੍ਰਤਿਪਾਲਨਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੇਰੀ ਇਹ ਖਾਹਿਸ਼ ਹੈ ਕਿ ਮੈਂ ਉਸ ਠਾਕਰ ਪਰਮਾਤਮਾ ਦਾ ਪਾਣੀ ਢੋਵਾਂ, ਪੱਖਾ ਫੇਰਾਂ ਅਤੇ ਆਟਾ ਪੀਵਾਂ, ਕਿਉਂਕਿ ਇਸ ਸੇਵਾ ਨਾਲ ਮੈਨੂੰ ਪਰਮਾਤਮਾ ਦੇ ਸਿਮਰਨ ਦਾ ਉੱਦਮ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਮੇਰੇ ਮਾਇਆਵੀ ਫਾਹੀ ਕੱਟ ਕੇ ਸੇਵਕ ਨੂੰ ਆਪਣੀ ਸੇਵਾ ਭਗਤੀ ਵਿੱਚ ਲਗਾਇਆ ਹੈ ਅਤੇ ਪਰਮਾਤਮਾ ਦਾ ਹੁਕਮ ਉਸ ਸੇਵਕ ਦੇ ਮਨ ਵਿੱਚ ਪਿਆਰਾ ਅਤੇ ਚੰਗਾ ਲੱਗਣ ਲੱਗ ਪੈਂਦਾ ਹੈ ਜੀ। ਉਹ ਸੇਵਕ ਉਹੀ ਕਾਰ ਕਮਾਈ ਕਰਦਾ ਹੈ ਜੋ ਮਾਲਕ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਉਹ ਸੇਵਕ ਨਾਮ ਸਿਮਰਨ ਵਿੱਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿੱਚ ਸਿਆਣਾ ਹੋ ਜਾਂਦਾ ਹੈ। ਉਹ ਸੇਵਕ ਸਿਦਕੀ ਹੋ ਜਾਂਦਾ ਹੈ ਜੀ। ਭਾਵ ਉਹ ਸੇਵਕ ਦੇ ਹਿਰਦੇ ਵਿੱਚ ਅਤੇ ਸਮਾਜ ਵਿੱਚ ਪਰਮਾਤਮਾ ਦਾ ਹੁਕਮ ਸਮਝ ਕੇ ਆਪਣਾ ਫਰਜ਼ ਨਿਭਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਤੂੰ ਆਪਣੇ ਸੇਵਕਾਂ ਦੇ ਦਿਲਾਂ ਦੀ ਜਾਣਦਾ ਹੈ। ਤੂੰ ਆਪਣੇ ਸੇਵਕਾਂ ਦਾ ਪਾਲਣਹਾਰ ਹੈ। ਤੂੰ ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਦੇ ਸਭ ਤਰੀਕੇ ਜਾਣਦਾ ਹੈ ਜੀ। ਅਤੇ ਫਿਰ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਮਿਲਾਪ ਦੇ ਆਤਮਿਕ ਆਨੰਦ ਮਾਣਦੇ ਹਨ ਜੀ। ਜੋ ਕੁਛ ਉਸ ਪਰਮਾਤਮਾ, ਉਸ ਪਾਲਣਹਾਰ ਪਰਮਾਤਮਾ ਮਾਲਕ ਦਾ ਹੈ, ਉਹ ਸਭ ਕੁਝ ਫਿਰ ਸੇਵਕ ਦਾ ਹੀ ਹੋ ਜਾਂਦਾ ਹੈ ਜੀ। ਪਰਮਾਤਮਾ ਠਾਕੁਰ ਅਤੇ ਸੇਵਕ
ਦੇ ਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਠਾਕੁਰ ਦੇ ਚਰਨਾਂ ਵਿੱਚ ਜੁੜਿਆ ਰਹਿ ਕੇ ਸੇਵਕ ਸਾਰੇ ਸੰਸਾਰ ਵਿੱਚ ਉਸ ਠਾਕੁਰ ਦੇ ਹੀ ਗੁਣ ਗਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਸੇਵਕ ਨੂੰ ਪਿਆਰੇ ਠਾਕੁਰ ਪਰਮਾਤਮਾ ਨੇ ਸੇਵਾ ਭਗਤੀ ਦਾ ਪਹਿਰਾਵਾ ਬਖਸ਼ਿਆ ਹੈ, ਭਾਵ ਆਪਣਾ ਨਾਮ ਬਖਸ਼ਿਆ ਹੈ ਅਤੇ ਉਸ 'ਤੇ ਬਖਸ਼ਿਸ਼ ਕੀਤੀ ਹੈ, ਉਸ ਨੂੰ ਮੁੜ ਉਸ ਦੇ ਕਰਮਾਂ ਦਾ ਲੇਖਾ ਨਹੀਂ ਪੁੱਛਦਾ। ਲੇਖਾ ਪੁੱਛਣ ਵਾਸਤੇ ਨਹੀਂ ਸੱਦਿਆ ਜਾਂਦਾ। ਪਹਿਰਾਵਾ ਉਹ ਸੇਵਕ ਦੇ ਮੰਦੇ ਕਰਮਾਂ ਕਰਕੇ ਉਸ ਨੂੰ ਸਭ ਕੁਝ ਮਾਫ਼ ਹੋ ਜਾਂਦਾ ਹੈ ਜੀ। ਉਸ ਦੇ ਸਾਰੇ ਮੰਦੇ ਕਰਮ ਕੀਤੇ ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਦੇ ਸਾਰਾ ਲੇਖਾ ਜੋਖਾ, ਸਾਰੇ ਮੰਦੇ ਕਰਮ ਪਰਮਾਤਮਾ ਦੀ ਕਿਰਪਾ ਨਾਲ ਖਤਮ ਹੋ ਜਾਂਦੇ ਹਨ। ਹੇ ਨਾਨਕ, ਮੈਂ ਉਸ ਸੇਵਕ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਉਹ ਸੇਵਕ ਬਹੁਤ ਗਹਿਰ, ਗੰਭੀਰ ਅਤੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸੇਵਕ ਅਤੇ ਸਾਈਂ ਦੇ ਸੁਮੇਲ ਨੂੰ ਦੱਸਦੇ ਹਨ। ਜੋ ਜੋ ਹੁਕਮ ਪਾਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਇਹਨਾਂ ਬਚਨਾਂ ਦਾ ਧਾਰਨੀ ਹੀ ਸਹੀ ਅਰਥਾਂ ਵਿੱਚ ਸੇਵਕ ਹੁੰਦਾ ਹੈ। ਅਜਿਹੇ ਸੇਵਕ ਦੀ ਸੇਵਾ ਅਤੇ ਸਾਈਂ ਦੀ ਸੇਵਾ ਕਰਨ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ, ਕਿਉਂਕਿ ਜੋ ਕੁਝ ਸੇਵਕ ਕੋਲ ਹੁੰਦਾ ਹੈ ਉਹ ਉਸ ਨੂੰ ਆਪਣੀ ਮਲਕੀਅਤ ਨਹੀਂ ਸਮਝਦਾ, ਸਗੋਂ ਸਭ ਕੁਝ ਪਰਮਾਤਮਾ ਦਾ ਹੀ ਸਮਝਦਾ ਹੈ ਜੀ। ਅਜਿਹੇ ਸੇਵਕ ਕਰਮਾਂ ਦੇ ਲੇਖੇ ਜੇਖੇ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਦੀ ਆਤਮਿਕ ਸਥਿਤੀ ਹੁਕਮੀ ਬੰਦੇ ਕਾਰ ਕਰਾਰੀ ਵਾਲੀ ਹੈ। ਉਹਨਾਂ ਨੂੰ ਅੰਦਰ ਬਾਹਰ ਹਰ ਥਾਂ ਪ੍ਰਦੇਸ਼ ਵਿੱਚ ਆਪਣੇ ਸਾਹਿਬ ਦਾ ਰਾਜ ਭਾਗ ਨਜ਼ਰ ਆਉਂਦਾ ਹੈ ਜੀ, ਅਤੇ ਉਹ ਰੱਬੀ ਰੰਗ ਮਾਣਦੇ ਰਹਿੰਦੇ ਹਨ। ਪਰਮੇਸ਼ਰ ਆਪਣੇ ਸੇਵਕ ਨਾਲ ਤਾਣੇ ਪੇਟੇ ਵਾਂਗ ਇਕਮਿਕ ਹੋ ਕੇ ਰਚਿਆ ਹੋਇਆ ਹੈ। ਸਿਧਾਂਤ ਇਹ ਹੈ ਕਿ ਪਰਮਾਤਮਾ ਨਾਲ ਉਹ ਓਤ-ਪੋਤ ਹੋਏ ਭਗਤ ਦੀ ਸੇਵਾ ਅਤੇ ਪਰਮਾਤਮਾ ਦੀ ਸੇਵਾ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ, ਪਰ ਅਸਲੀ ਸੇਵਕ ਉਹ ਹੈ ਜਿਸ ਨੂੰ ਇੱਕ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਸਾਧਕ ਸੇਵਕ ਆਪਣੇ ਵਿਕਾਰਾਂ ਨੂੰ ਛੱਡ ਕੇ ਗੁਰਬਾਣੀ ਦੀ ਸੇਧ 'ਤੇ ਚੱਲਦਾ ਹੈ ਤਾਂ ਉਹ ਸੇਵਕ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਪਰਮਾਤਮਾ ਉਸਦੇ ਸੰਸਾਰਿਕ ਬੰਧਨਾਂ ਤੋਂ ਉਸਨੂੰ ਛੁਟਕਾਰਾ ਦਵਾ ਦਿੰਦਾ ਹੈ ਜੀ। ਫਿਰ ਉਹ ਸੇਵਕ ਗਹਿਰ, ਗੰਭੀਰ ਅਤੇ ਸ੍ਰੇਸ਼ਟ ਵਿਚਾਰਾਂ ਅਤੇ ਆਚਾਰ ਵਾਲਾ ਹੋ ਜਾਂਦਾ ਹੈ ਜੀ। ਉਸ ਨੂੰ ਪਰਮਾਤਮਾ ਜੋ ਕੁਝ ਦਿੰਦਾ ਹੈ ਉਹ ਉਸੇ ਦਾ ਹੁਕਮ ਸਮਝ ਕੇ ਉਸ ਵਿੱਚ ਪ੍ਰਸੰਨ ਅਤੇ ਸੰਤੁਸ਼ਟ ਹੋ ਜਾਂਦਾ ਹੈ ਜੀ। ਪਰਮਾਤਮਾ ਅਤੇ ਸੇਵਕ ਫਿਰ ਅਭਿੰਨ ਹੋ ਜਾਂਦੇ ਹਨ, ਭਾਵ ਇਕਮਿਕ ਹੋ ਜਾਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।